ਤੁਹਾਡਾ। ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ ਪੰਜਾਬੀ, ਲੋਕਾਂ ਦੀ ਆਵਾਜ਼ ਲੋਕਾਂ ਲਈ। ਭਾਰਤ ਵਿੱਚ ਕਿਸਾਨੀ ਅੰਦੋਲਨ ਦੇ ਚੱਲਦਿਆਂ ਕਈ ਅਵੱਲੀਆਂ ਤੇ ਨਿਵੇਕਲੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ, ਜਿਵੇਂ ਕਿ ਲੱਖਾਂ ਕਿਸਾਨ ਇੱਕੋ ਮਕਸਦ ਵਾਸਤੇ 3 ਮਹੀਨਿਆਂ ਤੋਂ ਸੜਕਾਂ ਤੇ ਬੈਠੇ ਹੋਏ ਨੇ। ਉਧਰ ਪੰਜਾਬ ਤੇ ਹਰਿਆਣੇ ਦੀ ਏਕਤਾ ਵੀ ਦੇਖਣ ਨੂੰ ਮਿਲੀ। ਠੀਕ ਇਸੇ ਤਰ੍ਹਾਂ ਹੀ ਇਸੇ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਹੋਰ ਨਿਵੇਕਲੀ ਚੀਜ਼ ਵੇਖਣ ਨੂੰ ਮਿਲੀ, ਜਿਸ ਨੂੰ ਅਸੀਂ ਮਹਾ ਪੰਚਾਇਤ ਦੇ ਨਾਂ ਨਾਲ ਜਾਣਦੇ ਹਾਂ। ਜੀ ਹਾਂ, ਕਿਸਾਨ ਆਗੂਆਂ ਵੱਲੋਂ ਵੱਖ-ਵੱਖ ਰਾਜਾਂ ਦੇ ਵਿੱਚ ਕਿਸਾਨ ਮਹਾ ਪੰਚਾਇਤਾਂ ਦਾ ਆਯੋਜਨ ਕੀਤਾ ਗਿਆ, ਜਿੱਥੇ ਲੋਕਾਂ ਨੇ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਅੱਜ ਮੇਰੇ ਨਾਲ ਲਿਬਰਲ ਟੀਵੀ ਪੰਜਾਬੀ ਤੋਂ ਮੇਰੇ ਸਹਿਯੋਗੀ ਅੰਤਰਪ੍ਰੀਤ ਸਿੰਘ ਹੋਣੀ ਮੌਜੂਦ ਨੇ, ਜਿਨ੍ਹਾਂ ਦੇ ਨਾਲ ਆਪਾਂ ਇਸ ਮਸਲੇ ਤੇ ਵਿਚਾਰ ਕਰਾਂਗੇ। ਸਤਿ ਸ਼੍ਰੀ ਅਕਾਲ ਅੰਤਰਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਦੱਸ ਦਈਏ ਕਿ ਅੰਤਰਪ੍ਰੀਤ ਹੋਣੀ ਲਿਬਰਲ ਟੀਵੀ ਪੰਜਾਬੀ ਵਾਸਤੇ ਇਹਨਾਂ ਕਿਸਾਨ ਮਹਾ ਪੰਚਾਇਤਾਂ ਨੂੰ ਲਗਾਤਾਰ ਕਵਰ ਕਰ ਰਹੇ ਸੀ। ਸੋ ਅੱਜ ਪਹਿਲਾ ਸਵਾਲ ਮੇਰਾ ਅੰਤਰਪ੍ਰੀਤ ਜੀ ਤੁਹਾਨੂੰ ਇਹ ਆ ਵੀ ਕਿਸਾਨੀ ਅੰਦੋਲਨ ਦੇ ਵਿੱਚ ਕੀ ਲੋੜ ਪਈ ਕਿ ਕਿਸਾਨ ਆਗੂਆਂ ਨੂੰ ਇੱਕ ਕਿਸਾਨ ਮਹਾ ਪੰਚਾਇਤ ਦੀ ਕਾਢ ਕੱਢਣੀ ਪਈ? ਕਰਨ ਜੀ ਵੇਖੋ, ਜਦੋਂ ਤੋਂ ਇਹ ਕਿਸਾਨੀ ਅੰਦੋਲਨ ਸ਼ੁਰੂ ਹੋਇਆ, ਇੱਥੋਂ ਪੰਜਾਬ ਤੋਂ ਹੁੰਦਾ ਹੋਇਆ ਦਿੱਲੀ ਚਲੇ ਗਿਆ। ਦਿੱਲੀ ਦੇ ਵਿੱਚ ਜਦੋਂ ਇਹ ਕਿਸਾਨੀ ਮੋਰਚਾ ਜਿਹੜਾ ਲੱਗਾ ਤਾਂ ਉਸ ਤੋਂ ਬਾਅਦ ਹਰਿਆਣੇ ਵਾਲਿਆਂ ਨੇ ਜਿਹੜਾ ਬਹੁਤ ਸਾਥ ਦਿੱਤਾ। ਜਦੋਂ ਤੋਂ ਪੰਜਾਬ ਤੋਂ ਬੈਰੀਕੇਡ ਜਦੋਂ ਟੱਪ ਕੇ ਗਏ ਨੇ, ਬਾਰੀਕੇਡ ਤੋੜ ਕੇ ਗਏ ਨੇ, ਤਾਂ ਹਰਿਆਣੇ ਵਾਲੇ ਦਾ ਬਹੁਤ ਵੱਡਾ ਸਾਥ ਸੀ। ਜੇ ਗੱਲ ਕੀਤੀ ਜਾਵੇ ਤਾਂ ਜਿਹੜੇ ਕਹਿ ਰਹੇ ਸੀ ਕਿਸਾਨ ਆਗੂ, ਕਹਿੰਦੇ ਸੀ ਕਿ ਜਿੱਥੇ ਸਾਨੂੰ ਸਰਕਾਰ ਨੇ ਰੋਕ ਲਿਆ ਅਸੀਂ ਉੱਥੇ ਰੁਕ ਜਾਣਾ, ਉੱਥੇ ਧਰਨੇ ਲਗਾ ਦੇਵਾਂਗੇ। ਪਰ ਨੌਜਵਾਨਾਂ ਦਾ ਵੱਡਾ ਰੋਲ ਰਿਹਾ, ਉਹ ਕਹਿੰਦੇ ਕਿ ਅਸੀਂ ਜਾਵਾਂਗੇ ਬੈਰੀਕੇਡ ਟੱਪ ਕੇ ਦਿੱਲੀ ਜਾਣ ਦੀ ਗੱਲ ਹੋਈ, ਦਿੱਲੀ ਹੀ ਜਾਵਾਂਗੇ। ਤਾਂ ਉਸ ਤੋਂ ਬਾਅਦ ਗੁਰਨਾਮ ਸਿੰਘ ਚਲੂਨੀ ਉੱਭਰ ਕੇ ਨੇਤਾ ਸਾਹਮਣੇ ਆਉਂਦੇ ਨੇ ਹਰਿਆਣੇ ਤੋਂ ਕਿਸਾਨ ਨੇਤਾ ਗੁਰਨਾਮ ਸਿੰਘ ਚਲੂਨੀ ਉੱਭਰ ਕੇ ਸਾਹਮਣੇ ਆਉਂਦੇ। ਉਹਨਾਂ ਨੇ ਕਹਿ ਦਿੱਤਾ ਸੀ ਕਿ ਅਸੀਂ ਤੁਹਾਨੂੰ ਸ਼ੰਭੂ ਬਾਰਡਰ ਲੈਣ ਆਉਂਦੇ ਆ, ਤੁਸੀਂ ਸਾਡੇ ਨਾਲ ਚੱਲੋ, ਇਹ ਰੋਕਾਂ ਤੋੜਦੀਆਂ ਉਹ ਸਾਡਾ ਕੰਮ ਆ। ਉਸ ਤੋਂ ਬਾਅਦ ਇਹ ਤੁਰਦੇ ਨੇ ਤਾਂ ਗੁਰਨਾਮ ਸਿੰਘ ਚਲੂਨੀ ਹੁਣੀ ਸ਼ੰਭੂ ਲੈਣ ਆਉਂਦੇ ਨੇ। ਕਰਨਾਲ ਰੋਕਾਂ ਲੱਗਦੀਆਂ ਨੇ, ਪਾਣੀਪਤ ਰੋਕਾਂ ਲੱਗਦੀ, ਦਿੱਲੀ ਤੱਕ ਰੋਕਾਂ ਲੱਗਦੀਆਂ। ਨੌਜਵਾਨ ਤੋੜਦੇ ਹੋਏ, ਬੈਰੀਕੇਡ ਭੰਨਦੇ ਹੋਏ, ਪਾਣੀ ਦੀਆਂ ਵਿਛਾੜਾਂ ਸਹਿੰਦੇ ਹੋਏ ਪਹੁੰਚਦੇ ਨੇ। ਹਰਿਆਣੇ ਵਾਲੇ ਦਾ ਵੱਡਾ ਯੋਗਦਾਨ ਰਿਹਾ। ਤੁਹਾਨੂੰ ਪਤਾ ਕਿ ਹਰਿਆਣਾ, ਯੂਪੀ, ਰਾਜਸਥਾਨ ਦੇ ਵਿੱਚ ਜਿਹੜੀਆਂ ਉਹ ਖਾਪ ਪੰਚਾਇਤਾਂ ਹੁੰਦੀਆਂ ਸੀ। ਖਾਪ ਪੰਚਾਇਤਾਂ ਜਿਹੜੀਆਂ ਉਹ ਫੈਸਲੇ ਲੈਂਦੀਆਂ ਸੀ। ਕੋਈ ਵੀ, ਹਾਲਾਂਕਿ ਅਦਾਲਤ ਵਿੱਚ ਬਹੁਤੇ ਫੈਸਲੇ ਉਹਨਾਂ ਵੱਲੋਂ ਨਹੀਂ ਲਏ ਜਾਂਦੇ, ਜਿਹੜੀਆਂ ਆਪਦੀਆਂ ਖਾਪ ਪੰਚਾਇਤਾਂ ਹੁੰਦੀਆਂ ਸੀ ਉਹ ਖਾਪ ਪੰਚਾਇਤਾਂ ਫੈਸਲੇ ਜ਼ਿਆਦਾਤਰ ਲੈਂਦੀਆਂ ਹੁੰਦੀਆਂ ਸੀ। ਤਾਂ ਉਹ ਖਾਪ ਪੰਚਾਇਤਾਂ ਨੇ ਜਿਹੜਾ ਉਹ ਭਾਜਪਾ ਦੇ ਵਿਰੁੱਧ ਮਤੇ ਪਾਉਣੇ ਸ਼ੁਰੂ ਕਰਤੇ, ਬੀਜੇਪੀ ਦੇ ਆਗੂਆਂ ਦੇ ਵਿਰੁੱਧ ਜਿਹੜੇ ਮਤੇ ਪਾਉਣੇ ਸ਼ੁਰੂ ਕਰਤੇ। ਹਰਿਆਣੇ ਦੀ ਗੱਲ ਕਰ ਰਿਹਾ ਮੈਂ, ਹਰਿਆਣੇ ਦੇ ਵਿੱਚ ਤਾਂ ਜਦੋਂ ਉਹਨਾਂ ਸ਼ੁਰੂ ਕਰ ਦਿੱਤੇ, ਮਤੇ ਪਾਉਣੇ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਹੀ ਜਿਹੜੀਆਂ ਇਹ ਪਹਿਲਾਂ ਖਾਪ ਪੰਚਾਇਤਾਂ ਹੋਈਆਂ, ਤਾਂ ਉਸ ਤੋਂ ਬਾਅਦ ਜਿਹੜੀਆਂ ਇਹ ਇਕੱਠ ਕਰਨ ਵਾਸਤੇ ਲੋਕਾਂ ਨੂੰ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਸ਼ੁਰੂ ਹੁੰਦਾ ਜਿਹੜਾ ਮਹਾ ਪੰਚਾਇਤ ਹੈ ਖਾਪ ਪੰਚਾਇਤ ਤੋਂ ਸ਼ੁਰੂ ਹੁੰਦਾ। ਤਾਂ ਉਸ ਤੋਂ ਬਾਅਦ ਜਦੋਂ ਵੱਡੇ ਇਕੱਠ ਜਿਹੜੇ ਸ਼ੁਰੂ ਹੋ ਗਏ ਖਾਪ ਪੰਚਾਇਤਾਂ ਦੇ ਵਿੱਚ, ਤਾਂ ਉਸ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਜਿਹੜਾ ਇਹਨਾਂ ਨੂੰ ਮਹਾ ਪੰਚਾਇਤਾਂ ਦਾ ਨਾਮ ਦੇ ਕੇ ਜਿਹੜੇ ਹੋਰ ਵੀ ਖਾਪ, ਇੱਕ ਤਾਂ ਖਾਪਾਂ ਹੁੰਦੀਆਂ ਸੀ, ਜਿਵੇਂ ਕੋਈ ਦਹੀਆ ਖਾਪ ਹੋ ਗਈ, ਸਰੋਹਾ ਖਾਪ ਹੋ ਗਈ, ਇਸ ਤਰ੍ਹਾਂ ਵੱਖ-ਵੱਖ ਖਾਪ ਪੰਚਾਇਤਾਂ ਨੇ ਹਰਿਆਣੇ ਦੇ ਵਿੱਚ। ਤਾਂ ਉਹ ਖਾਪ ਪੰਚਾਇਤਾਂ ਨੇ ਇਕੱਠੇ ਹੋ ਕੇ ਤੇ ਕਿਸਾਨ ਆਗੂ ਨਾਲ ਲੈ ਕੇ ਉਹਨਾਂ ਨੂੰ ਤਾਂ ਇੱਕ ਮਹਾ ਪੰਚਾਇਤ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ। ਮਹਾ ਪੰਚਾਇਤਾਂ ਦੇ ਵਿੱਚ ਵੱਡੇ ਇਕੱਠ ਹੋਣੇ ਸ਼ੁਰੂ ਹੋ ਗਏ। ਤਾਂ ਉਹ ਵੱਡੇ ਇਕੱਠਾਂ ਦੇ ਨਾਲ ਜਿਹੜਾ ਕਿਸਾਨੀ ਅੰਦੋਲਨ ਨੂੰ ਵੱਡਾ ਬਲ ਬਣਿਆ। ਸੋ ਜਿੱਦਾਂ ਕਿ ਤੁਸੀਂ ਦੱਸਿਆ ਕਿ ਖਾਪ ਪੰਚਾਇਤਾਂ ਤੋਂ ਇੱਕ ਵੱਡਾ ਰੂਪ ਪੈਦਾ ਹੋਇਆ, ਜਿਸ ਨੂੰ ਕਿ ਮਹਾ ਪੰਚਾਇਤ ਦਾ ਨਾਮ ਦਿੱਤਾ ਗਿਆ। ਪਰ ਅੰਤਰਪ੍ਰੀਤ ਜੀ, ਹੁਣ ਸਵਾਲ ਤਾਂ ਇਹ ਪੈਦਾ ਹੁੰਦਾ ਕਿ ਲੱਖਾਂ ਕਿਸਾਨ ਤਾਂ ਦਿੱਲੀ ਦੇ ਬਾਰਡਰਾਂ ਤੇ ਪਹਿਲਾਂ ਹੀ ਬੈਠਾ ਸੀ। ਜੇ ਹੁਣ ਕਿਸਾਨ ਆਗੂ ਕਹਿਣ ਕਿ ਅਸੀਂ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਮਹਾ ਪੰਚਾਇਤਾਂ ਕੀਤੀਆਂ, ਤਾਂ ਉਹ ਗੱਲ ਕਿਤੇ ਨਾ ਕਿਤੇ ਹਜਮ ਨਹੀਂ ਹੁੰਦੀ, ਕਿਉਂਕਿ ਪੰਜਾਬ ਹਰਿਆਣਾ ਤਾਂ ਪਹਿਲਾਂ ਹੀ ਪਲਟਿਆ ਪਿਆ ਸਾਰਾ ਦਿੱਲੀ ਦੇ ਬਾਰਡਰਾਂ ਤੇ। ਤਾਂ ਫਿਰ ਇਹ ਮਹਾ ਪੰਚਾਇਤਾਂ ਪੰਜਾਬ ਹਰਿਆਣੇ ਦੇ ਵਿੱਚ ਕਿਉਂ ਕੀਤੀਆਂ ਜਾ ਰਹੀਆਂ? ਕੀ ਇਸ ਮਹਾ ਪੰਚਾਇਤਾਂ ਦਾ ਮਕਸਦ ਕੁਝ ਹੋਰ ਵੀ ਹੈ? ਕਿ ਅੰਦੋਲਨ ਦਾ ਕਿਤੇ ਨਾ ਕਿਤੇ ਸਿਆਸਤੀਕਰਨ ਵੀ ਕੀਤਾ ਜਾ ਰਿਹਾ? ਕੁਝ ਕਿਸਾਨ ਆਗੂ ਇਹਨਾਂ ਮਹਾ ਪੰਚਾਇਤਾਂ ਤੋਂ ਆਪਣਾ ਜਿਹੜਾ ਸਿਆਸਤੀ ਜ਼ਮੀਨ ਬਣਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ? ਵੇਖੋ ਕਰਨ ਦੀ ਚਰਚਾਵਾਂ ਤਾਂ ਇਹੀ ਹੋ ਰਹੀਆਂ ਨੇ ਕਿ ਇਹ ਜਿਹੜੀਆਂ ਮਹਾ ਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ, ਇਹ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ, ਚਾਹੇ ਉਹ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣ, ਚਾਹੇ ਉਹ ਹਰਿਆਣੇ ਦੀਆਂ ਹੋਣ, ਚਾਹੇ ਯੂਪੀ ਦੀਆਂ ਹੋਣ, ਇਹ ਮਹਾ ਪੰਚਾਇਤਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਲਈ, ਜਿਹੜੀਆਂ ਉਹ ਅਗਲੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ। ਆਪਣੇ ਆਪ ਨੂੰ ਜਿਹੜਾ ਤਿਆਰ ਕੀਤਾ ਜਾ ਰਿਹਾ। ਚਰਚਾਵਾਂ ਤਾਂ ਇਹੀ ਸੀ, ਪਰ ਜਦੋਂ ਲਗਾਤਾਰ ਮੈਂ ਹਰੇਕ ਆਗੂ ਨਾਲ ਮੇਰਾ ਇਹ ਸਵਾਲ ਹੁੰਦਾ ਸੀ ਕਿ ਮਹਾ ਪੰਚਾਇਤਾਂ ਦਾ ਕਿਤੇ ਸਿਆਸੀਕਰਨ ਤਾਂ ਨਹੀਂ ਕੀਤਾ ਜਾ ਰਿਹਾ, ਕਿ ਤੁਸੀਂ ਆਉਂਦੀਆਂ ਵਿਧਾਨ ਸਭਾ ਚੋਣਾਂ ਤਾਂ ਨਹੀਂ ਲੜਨੀਆਂ? ਮੇਰਾ ਅੱਜ ਵੀ ਜੇ ਗੱਲ ਕੀਤੀ ਜਾਵੇ ਚੰਡੀਗੜ੍ਹ ਦੇ ਵਿੱਚ ਮਹਾ ਪੰਚਾਇਤ ਹੋਈ, ਤਾਂ ਮੇਰਾ ਸਵਾਲ ਗੁਰਨਾਮ ਸਿੰਘ ਚਲੂਨੀ ਨੂੰ, ਰੋਧੂ ਸਿੰਘ ਮਾਨਸਾ ਨੂੰ, ਜੋਗਿੰਦਰ ਸਿੰਘ ਗੁਰਾਹ ਨੂੰ ਇਹੀ ਸੀ ਕਿ ਇਹ ਸਿਆਸੀਕਰਨ ਤਾਂ ਨਹੀਂ ਕੀਤਾ ਜਾ ਰਿਹਾ। ਉਹ ਕਹਿੰਦੇ ਵੀ ਨਹੀਂ, ਸਿਆਸੀਕਰਨ ਨਹੀਂ ਕੀਤਾ ਜਾ ਰਿਹਾ, ਇਹਦਾ ਬਿਲਕੁਲ ਮਹਾ ਪੰਚਾਇਤਾਂ ਕੀਤੀਆਂ ਜਾ ਰਹੀਆਂ। ਹਾਲਾਂਕਿ ਬਿਆਨ ਨਹੀਂ ਆਇਆ
ਜਦੋਂ ਜਗਰਾਵਾਂ ਵਾਲੀ ਮਹਾਪੰਚਾਇਤ ਜਿਹੜੀ ਕੀਤੀ ਗਈ, ਤੁਹਾਨੂੰ ਇਹ ਵੀ ਦੱਸ ਦਈਏ ਕਿ ਜਗਰਾਵਾਂ ਵਾਲੀ ਮਹਾਪੰਚਾਇਤ ਨੂੰ ਕੋਈ ਪਹਿਲਾਂ ਉਹਨਾਂ ਨੇ ਪਰਮਿਸ਼ਨ ਨਹੀਂ ਲਈ ਸੀ, ਸੰਯੁਕਤ ਕਿਸਾਨ ਮੋਰਚੇ ਤੋਂ ਪਰਮਿਸ਼ਨ ਨਹੀਂ ਲਈ ਗਈ ਸੀ ਜਗਰਾਵਾਂ ਵਾਲੀ ਮਹਾਪੰਚਾਇਤ ਲਈ। ਉਸ ਤੋਂ ਬਾਅਦ ਇੱਕ ਦਿਨ ਪਹਿਲਾਂ ਜਿਹੜੀ ਆ ਉਹ ਮਹਾਪੰਚਾਇਤ ਤੇ ਜਿਹੜੀ ਆ ਮੋਹਰ ਲੱਗਦੀ ਹੈ ਸੰਯੁਕਤ ਕਿਸਾਨ ਮੋਰਚੇ ਦੀ। ਤਾਂ ਇਹ ਕਿਤੇ ਨਾ ਕਿਤੇ ਜਿਹੜਾ ਇਹ ਬਿਲਕੁਲ ਇਹ ਕਾਰਨ ਹੈਗਾ ਕਿ ਆਪਣੇ ਆਪ ਨੂੰ ਚਮਕਾਉਣ ਵਾਸਤੇ ਰਾਜੇਵਾਲ ਸਾਹਿਬ ਤੇ ਤਾਂ ਪਹਿਲਾਂ ਹੀ ਵੱਡੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਪਹਿਲਾਂ ਹੀ ਸਿਆਸੀ ਉਹਨਾਂ ਦਾ ਚਿਹਰਾ ਰਿਹਾ, ਪਹਿਲਾਂ ਇਲੈਕਸ਼ਨ ਲੜ ਚੁੱਕੇ ਨੇ। ਤਾਂ ਹੋ ਸਕਦਾ ਕਿ ਰਾਜੇਵਾਲ ਸਾਹਿਬ ਹੁਣ ਇੱਕ ਵੱਡੇ ਕਿਸਾਨ ਨੇਤਾ ਵਜੋਂ ਉੱਭਰੇ ਨੇ। ਤਾਂ ਲਗਾਤਾਰ ਉਹਨਾਂ ਨੇ ਕੇਂਦਰ ਸਰਕਾਰ ਦੇ ਨਾਲ ਮੀਟਿੰਗਾਂ, ਵੱਡੇ ਕਿਸਾਨ ਆਗੂ, ਫਿਰ ਤੋਂ ਕਿ ਰਕੇਸ਼ ਟਕੈਤ ਜਿਹੜੇ ਇਸ ਵਕਤ ਜਿਹੜਾ ਕਹਿ ਰਹੀ ਹੈ ਵੱਡਾ ਚਿਹਰਾ ਨੇ ਕਿਸਾਨ ਆਗੂ ਨੇ, ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਜੋ ਇਹ ਰਾਜੇਵਾਲ ਸਾਡੇ ਆਗੂ ਨੇ, ਜੋ ਰਾਜੇਵਾਲ ਸਾਹਿਬ ਕਹਿਣਗੇ ਉਹ ਮਨਜ਼ੂਰ ਹੋਵੇਗਾ। ਤਾਂ ਜਿਹੜੀ ਜਗਰਾਵਾਂ ਵਾਲੀ ਮਹਾਪੰਚਾਇਤ ਆ ਕਿਤੇ ਨਾ ਕਿਤੇ ਲੱਗ ਰਿਹਾ ਸੀ ਸਾਰਿਆਂ ਨੂੰ ਕਿ ਸਿਆਸੀਕਰਨ ਹੋ ਰਿਹਾ, ਇਹ ਸਿਆਸਤ ਤੋਂ ਪ੍ਰੇਰਿਤ ਹੋ ਕੇ ਜਿਹੜੀ ਆ ਇਹ ਮਹਾਪੰਚਾਇਤ ਕੀਤੀ ਜਾ ਰਹੀ ਆ। ਉਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਜਦੋਂ ਇਹ ਪੁੱਛਿਆ ਗਿਆ ਇਹਨਾਂ ਨੂੰ ਕਿ ਨੇਤਾਵਾਂ ਨੂੰ, ਕਿਸਾਨ ਆਗੂਆਂ ਨੂੰ ਪੁੱਛਿਆ ਗਿਆ ਕਿ ਮਹਾਪੰਚਾਇਤ ਜਿਹੜੀ ਤੁਸੀਂ ਇੱਕ ਦਿਨ ਪਹਿਲਾਂ ਜਿਹੜਾ ਉਹ ਤੇ ਮੋਹਰ ਲਾਈ ਹੈ, ਤਾਂ ਕਿਤੇ ਨਾ ਕਿਤੇ ਉਹ ਟਾਲਾਵਾਟ ਤੇ ਜ਼ਰੂਰ ਦਿਖਾਈ ਦਿੱਤੇ, ਕਿਉਂਕਿ ਜਿਹੜੀ ਇਹ ਮਹਾਪੰਚਾਇਤ ਵੱਲੋਂ ਰੱਖ ਲਈ ਗਈ ਸੀ ਤਾਂ ਆਪਣੀ ਸਿਰਫ ਇੱਕ ਇੱਜ਼ਤ ਬਚਾਉਣ ਦਾ ਕਰਕੇ ਜੇ ਆਪਾਂ ਕਹਿ ਲਈਏ ਤਾਂ ਉਹ ਮਹਾਪੰਚਾਇਤ ਤੇ ਸੰਯੁਕਤ ਕਿਸਾਨ ਮੋਰਚੇ ਨੇ ਮੋਹਰ ਲਾਈ। ਤੁਸੀਂ ਕਿਸਾਨ ਆਗੂਆਂ ਦੀ ਗੱਲ ਕੀਤੀ, ਵਿੱਚ ਮਤਭੇਦ ਹੋਣ ਦੀ ਗੱਲ ਕੀਤੀ। ਸੁਭਾਵਿਕ ਗੱਲ ਹੈ ਕਿ ਜਦੋਂ ਲੱਖਾਂ ਲੋਕ ਇੱਕ ਸੰਘਰਸ਼ ਦੇ ਵਿੱਚ ਹੁੰਬੜ ਕੇ ਆ ਜਾਣ ਤੇ ਤੁਹਾਡੇ ਹੇਠ ਤੁਹਾਡੀ ਅਗਵਾਈ ਦੇ ਵਿੱਚ ਚੱਲਣ ਦੀ ਕੋਸ਼ਿਸ਼ ਕਰ ਰਹੇ ਹੋਣ ਤਾਂ ਕਿਸਾਨ ਆਗੂਆਂ ਦੇ ਉੱਤੇ ਕਾਫੀ ਜ਼ਿਆਦਾ ਦਬਾਅ ਵੀ ਰਹਿੰਦਾ, ਜਿਸ ਕਰਕੇ ਮਤਭੇਦ ਹੋ ਜਾਂਦੇ ਨੇ, ਕਈ ਗੱਲਾਂ ਸਾਹਮਣੇ ਆਉਂਦੀਆਂ ਵੀ ਨੇ। ਜੇ ਹੁਣ ਆਪਾਂ ਮਹਾਪੰਚਾਇਤਾਂ ਦੀ ਗੱਲ ਕਰੀਏ, ਜਿੱਦਾਂ ਤੁਸੀਂ ਕਿਹਾ ਕਿ ਜਗਰਾਵਾਂ ਵਾਲੀ ਮਹਾਪੰਚਾਇਤ ਬਿਨਾਂ ਪੁੱਛੇ ਰੱਖ ਲਈ ਗਈ ਸੀ ਤੇ ਬਾਅਦ ਵਿੱਚ ਮੋਹਰ ਲੱਗੀ, ਇਸੇ ਤਰ੍ਹਾਂ ਹੀ ਕਿਸਾਨ ਆਗੂ ਰੁੰਦੂ ਸਿੰਘ ਮਾਨਸਾ ਜੀ ਵੀ ਪਿਛਲੇ ਦਿਨੀ ਵਿਵਾਦ ਦੇ ਵਿੱਚ ਰਹੇ ਨੇ ਕਿ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਮਾਨਸੇ ਦੇ ਵਿੱਚ ਮਹਾਪੰਚਾਇਤ ਕਰੂੰਗਾ ਹੀ ਕਰੂੰਗਾ, ਭਲੇ ਹੀ ਕਿਸਾਨ ਆਗੂਆਂ ਨੇ ਉਸ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਕਹਿ ਦਿੱਤਾ ਸੀ ਵੀ ਅਸੀਂ ਹੁਣ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਮਹਾਪੰਚਾਇਤ ਨਹੀਂ ਕਰਾਂਗੇ। ਤੇ ਕੀ ਕਾਰਨ ਤੁਸੀਂ ਸਮਝਦੇ ਹੋ ਕਿ ਕਿਸਾਨ ਆਗੂ ਇਸ ਤਰ੍ਹਾਂ ਰੁੰਦੂ ਸਿੰਘ ਮਾਨਸਾ ਹੋਣੀ, ਜੋ ਕਿ ਕਾਫੀ ਸਮੇਂ ਤੋਂ ਸੰਘਰਸ਼ ਨਾਲ ਜੁੜੇ ਹੋਏ ਨੇ, ਉਹ ਕਿਉਂ ਅੱਜ ਕਿਸਾਨ ਜਥੇਬੰਦੀਆਂ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ? ਕਿਉਂ ਉਹਨਾਂ ਦੇ ਵਖਰਾਵ ਸਾਹਮਣੇ ਆਉਂਦੇ ਨੇ, ਲੋਕਾਂ ਦੇ ਵਿੱਚ ਸਪਸ਼ਟ ਉਹਨਾਂ ਦੇ ਵਿੱਚ ਮਤਭੇਦ ਨਜ਼ਰ ਆਉਂਦਾ? ਨਹੀਂ, ਭੱਜਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਰਨ ਦੀ। ਰੁੰਦੂ ਸਿੰਘ ਮਾਨਸਾ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਜਿਹੜਾ ਸਿਆਸੀਕਰਨ ਨਹੀਂ ਕੀਤਾ ਜਾ ਰਿਹਾ, ਸਿਰਫ ਇੱਕ ਲਾਮਬੰਦੀ ਕੀਤੀ ਜਾ ਰਹੀ ਆ ਕਿ ਲੋਕ ਜਿਹੜੇ ਨੇ ਉਹ ਘਰਾਂ ਦੇ ਵਿੱਚ ਬੈਠੇ ਹੋਏ ਨੇ, ਉਹਨਾਂ ਦੇ ਵਿੱਚ ਇੱਕ ਜੋਸ਼ ਭਰਿਆ ਜਾਵੇ। ਜਿਹੜੇ ਨੇੜਲੇ ਲੋਕ ਨੇ, ਕਈ ਕਾਰੋਬਾਰੀ ਨੇ, ਕਈਆਂ ਦਾ ਕੋਈ ਰੁਝੇਵਾਂ ਹੁੰਦਾ, ਕੋਈ ਸਰਕਾਰੀ ਨੌਕਰੀਆਂ ਵਾਲੇ ਵੀ ਹੈਗੇ ਨੇ, ਤਾਂ ਉਹਨਾਂ ਦੇ ਪਰਿਵਾਰਾਂ ਤੱਕ ਇਹ ਜੋਸ਼ ਭਰਿਆ ਜਾਵੇ, ਉਹਨਾਂ ਦੇ ਪਰਿਵਾਰ ਤੱਕ ਅਪਰੋਚ ਕੀਤੀ ਜਾਵੇ ਕਿ ਉਹ ਦਿੱਲੀ ਅੰਦੋਲਨ ਦਾ ਜਿਹੜਾ ਕਿਸਾਨੀ ਅੰਦੋਲਨ ਦਾ ਹਿੱਸਾ ਬਣਨ। ਤਾਂ ਉਸ ਤੋਂ ਬਾਅਦ ਜਦੋਂ ਇਹ ਤੁਸੀਂ ਗੱਲ ਕੀਤੀ ਕਿ ਪੰਚਾਇਤ ਮਹਾਪੰਚਾਇਤ ਜਿਹੜੀ ਰੱਖ ਲਈ ਜਾਂਦੀ ਭਿੱਖੀ ਦੇ ਵਿੱਚ ਕੀਤੀ ਗਈ ਸੀ ਮਹਾਪੰਚਾਇਤ, ਤਾਂ ਮੇਰੀ ਉਸ ਤੋਂ ਪਹਿਲਾਂ ਜਿਹੜੀ ਪ੍ਰੈਸ ਕਾਨਫਰੰਸ ਕਰਦੇ ਨੇ ਕਿਸਾਨ ਆਗੂ, ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਰੱਦ ਕੀਤੀ ਜਾਂਦੀਆਂ ਮਹਾਪੰਚਾਇਤਾਂ ਨਹੀਂ ਹੋਣਗੀਆਂ। ਤਾਂ ਸਾਡਾ ਸਵਾਲ ਪ੍ਰੈਸ ਕਾਨਫਰੰਸ ਦੇ ਵਿੱਚ ਇਹੀ ਸੀ ਕਿ ਜਿਹੜੀ ਕੱਲ ਭਿੱਖੀ ਵਾਲੀ ਮਹਾਪੰਚਾਇਤ ਆ ਉਹ ਰੱਦ ਹੋਵੇਗੀ ਜਾਂ ਨਹੀਂ, ਜਾਂ ਹੋਵੇਗੀ ਉਹ। ਪਰ ਕਿਸਾਨ ਆਗੂ ਵੱਲੋਂ ਸਪਸ਼ਟ ਕਹਿ ਦਿੱਤਾ ਗਿਆ ਸੀ ਕਿ ਨਹੀਂ, ਇਹ ਪੰਚਾਇਤ ਜਿਹੜੀ ਆ ਮਹਾਪੰਚਾਇਤ ਹੋਣ ਜਾ ਰਹੀ ਹੈ, ਇਹ ਰੱਦ ਹੋਵੇਗੀ। ਸਾਡੀ ਰੁੰਦੂ ਸਿੰਘ ਮਾਨਸਾ ਨਾਲ ਗੱਲ ਆ, ਉਹਨਾਂ ਦੀ ਜਥੇਬੰਦੀ ਦੇ, ਉਹਨਾਂ ਦੇ ਕੇਡਰ ਦੇ ਬੰਦੇ ਸਾਡੀ ਜਥੇਬੰਦੀ ਦੇ ਵਿੱਚ ਮੌਜੂਦ ਆ। ਪਰ ਕਿਤੇ ਨਾ ਕਿਤੇ ਵਖਰੇਵੇਂ ਤਾਂ ਕਰਨ ਜੀ ਬਿਲਕੁਲ ਹੈਗੇ ਨੇ। 32 ਕਿਸਾਨ ਜਥੇਬੰਦੀਆਂ ਦਾ ਉਹ ਨਾਮ ਲੈਂਦੇ ਨੇ, ਪਰ ਇਸ ਵਕਤ 2 ਆਗੂ ਸਸਪੈਂਡ ਕੀਤੇ ਜਾਂਦੇ ਨੇ। ਉਹਨਾਂ ਵਿੱਚ ਹਰਪਾਲ ਸਿੰਘ ਸਿੰਘਾਂ ਨੂੰ ਮਿਲਾ ਲਿਆ ਜਾਂਦਾ ਤੇ ਸੁਰਜੀਤ ਸਿੰਘ ਫੂਲ ਜਿਹੜੇ ਨੇ ਉਹਨਾਂ ਦਾ ਕੇਡਰ, ਉਹਨਾਂ ਦੀ ਜਥੇਬੰਦੀ ਹਾਜ਼ਰ ਨਹੀਂ ਸੀ। ਇਹ ਵੀ ਸਵਾਲ ਕੀਤਾ ਗਿਆ ਸੀ, ਪਰ ਕਿਤੇ ਨਾ ਕਿਤੇ ਕਿਸਾਨ ਆਗੂ ਜਿਹੜੇ ਉਹ ਟਾਲਾ ਵੱਟਦੇ ਦਿਖਾਈ ਦਿੰਦੇ ਨੇ ਇਸ ਸੰਬੰਧ ਦੇ ਵਿੱਚ। ਇਸ ਬਾਬਤ ਉਹਨਾਂ ਵੱਲੋਂ ਜਿਹੜਾ ਕੋਈ ਜਵਾਬ, ਜਿਹੜਾ ਸਪਸ਼ਟ ਜਵਾਬ ਨਹੀਂ ਦਿੱਤਾ ਜਾਂਦਾ ਕਿ ਕਿੰਨੇ ਜਥੇਬੰਦੀਆਂ ਨੇ। ਮੈਂ ਸਪਸ਼ਟ ਤੌਰ ਤੇ ਕਿਹਾ ਸੀ ਕਿ 32 ਜਥੇਬੰਦੀਆਂ ਨੇ ਜਾਂ 31 ਜਥੇਬੰਦੀਆਂ ਨੇ। ਫੈਸਲਾ ਕਿਹੜੀਆਂ ਜਥੇਬੰਦੀਆਂ ਨੇ? ਉਹ ਕਹਿੰਦੇ ਵੀ ਸਾਡੇ ਮੌਜੂਦ ਹੀ ਸਾਰੇ, ਅਸੀਂ ਸਾਰੇ ਇੱਕ ਹੀ ਹਾਂ। ਚਲੋ ਅਸੀਂ ਇਹ ਚਾਹੁੰਦੇ ਵੀ ਸਾਰੇ ਇੱਕ ਇਸੇ ਤਰ੍ਹਾਂ ਬਣਿਆ ਰਹੇ, ਸਾਰੇ ਇੱਕ ਹੀ ਰਹਿਣ, ਪਰ ਕਿਤੇ ਨਾ ਕਿਤੇ ਮਤਭੇਦ ਜ਼ਰੂਰ ਨੇ। ਉਸ ਤੋਂ ਬਾਅਦ ਮੇਰੀ ਗੱਲ ਹੁੰਦੀ ਆ ਬੂਟਾ ਸਿੰਘ ਬੁਰਜਗਿੱਲ ਨੂੰ ਮੈਂ ਇਹ ਕਿਹਾ ਕਿ ਮਹਾਪੰਚਾਇਤ ਭਿੱਖੀ ਵਾਲੀ ਹੋਵੇਗੀ ਜਾਂ ਨਹੀਂ, ਉਹਨਾਂ ਕਿਹਾ ਜੀ ਰੱਦ ਹੋਵੇਗੀ। ਉਸ ਤੋਂ ਬਾਅਦ ਸਪਸ਼ਟੀਕਰਨ ਜਾਣਨ ਵਾਸਤੇ, ਕਿਉਂਕਿ ਅਗਲੇ ਦਿਨ ਮਹਾਪੰਚਾਇਤ ਸੀ, ਤਾਂ ਰੁੰਦੂ ਸਿੰਘ ਮਾਨਸਾ ਨੂੰ ਫੋਨ ਲਾਇਆ ਗਿਆ ਤਾਂ ਉਹ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਮੇਰਾ ਨਾਮ ਰੁੰਦੂ ਸਿੰਘ ਮਾਨਸਾ, ਤੇ ਜਿਹੜੀ ਕੱਲ ਵਾਲੀ ਮਹਾਪੰਚਾਇਤ ਆ ਉਹ ਹੋਵੇਗੀ, ਰੱਦ ਨਹੀਂ ਕੀਤੀ ਜਾਵੇਗੀ। ਮੈਂ ਕਿਹਾ ਜੇਕਰ ਮੇਰਾ ਅਗਲਾ ਸਵਾਲ ਸੀ ਰੁੰਦੂ ਸਿੰਘ ਮਾਨਸਾ ਨੂੰ ਕਿ ਜੇਕਰ ਇਹ ਤੁਸੀਂ ਮਹਾਪੰਚਾਇਤ ਕਰਦੇ ਹੋ, ਜੇ ਕਾਰਵਾਈ ਤੁਹਾਡੇ ਤੇ ਕੋਈ ਜਥੇਬੰਦੀਆਂ ਕਰਦੀਆਂ ਨੇ ਤਾਂ ਫਿਰ ਕੀ ਕਰੋਗੇ ਤੁਸੀਂ? ਉਹਨਾਂ ਕਿਹਾ ਕਿ ਜੇਕਰ ਜਥੇਬੰਦੀਆਂ ਕਾਰਵਾਈ ਮੇਰੇ ਤੇ ਕਰਦੀਆਂ ਤੇ ਅੰਦੋਲਨ ਬੰਦ ਨਹੀਂ ਹੋ ਜਾਵੇਗਾ, ਅੰਦੋਲਨ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਤਾਂ ਤੁਸੀਂ ਦੇਖਿਆ ਕਿ ਜਿਹੜੀ ਭਿੱਖੀ ਦੇ ਵਿੱਚ ਮਹਾਪੰਚਾਇਤ ਵੱਡੀ ਰੁੰਦੂ ਸਿੰਘ ਮਾਨਸਾ ਦੀ ਅਗਵਾਈ ਦੇ ਵਿੱਚ ਉਹ ਵੱਡੀ ਜਿਹੜੀ ਆ ਮਹਾਪੰਚਾਇਤ ਕੀਤੀ ਗਈ। ਉਸ ਤੋਂ ਬਾਅਦ ਵੀ ਬਹੁਤ ਸਾਰੇ ਜਿਵੇਂ ਆਉਂਦੇ ਨੇ ਹਰਿਆਣਾ ਦੇ
ਕਹਿ ਦਿੱਤਾ ਗੁਰਨਾਮ ਸਿੰਘ ਚੂਨੀ ਵੱਲੋਂ ਕਿਹਾ ਜਾਂਦਾ ਕਿ ਮਹਾਪੰਚਾਇਤ ਜਿਹੜੀ ਆ ਉਹ ਹਰਿਆਣਾ ਦੇ ਵਿੱਚ ਨਹੀਂ ਹੋਣੀ, ਪਰ ਅੱਜ ਚੰਡੀਗੜ੍ਹ ਦੇ ਵਿੱਚ ਇਹਨਾਂ ਵੱਲੋਂ ਮਹਾਪੰਚਾਇਤ ਕੀਤੀ ਗਈ ਆ। ਚੰਡੀਗੜ੍ਹ ਦੇ ਵਿੱਚ ਵੱਡਾ ਨੌਜਵਾਨਾਂ ਨੇ ਉਤਸ਼ਾਹ ਦਿਖਾਇਆ, ਨੌਜਵਾਨ ਵੱਡੀ ਗਿਣਤੀ ਦੇ ਵਿੱਚ ਉੱਥੇ ਹਾਜ਼ਰ ਸੀ। ਕਾਲਜ ਯੂਨੀਵਰਸਿਟੀਆਂ ਦੇ ਮੁੰਡੇ ਜਿਹੜੇ ਕੁੜੀਆਂ ਜਿਹੜੇ ਨੇ ਉੱਥੇ ਵਿਦਿਆਰਥੀ ਪੜ੍ਹਦੇ ਨੇ, ਉਹਨਾਂ ਵੱਲੋਂ ਵੱਡਾ ਉਤਸ਼ਾਹ ਦਿਖਾਇਆ ਜਾ ਰਿਹਾ ਸੀ ਇਹਨਾਂ ਮਹਾਪੰਚਾਇਤਾਂ ਦੇ ਕਰਕੇ। ਤਾਂ ਕਿਤੇ ਨਾ ਕਿਤੇ ਬਿਲਕੁਲ ਕਿਸਾਨ ਆਗੂ ਜੇਕਰ ਕਹਿ ਰਹੇ ਨੇ ਕਿ ਅਸੀਂ ਸਿਆਸੀਕਰਨ ਨਹੀਂ ਕਰ ਰਹੇ, ਸਿਰਫ ਲਾਮਬੰਦੀ ਕਰ ਰਹੇ ਨੇ, ਤਾਂ ਕਿਤੇ ਜੇਕਰ ਚੰਡੀਗੜ੍ਹ ਦੇ ਵਿੱਚ ਮਹਾਪੰਚਾਇਤ ਹੋਈ ਤਾਂ ਇਸ ਦਾ ਬਹੁਤ ਵੱਡਾ ਅਸਰ ਦੇਖਣ ਨੂੰ ਮਿਲਿਆ। ਜਿਹੜੇ ਲੋਕਾਂ ਨੂੰ ਨਹੀਂ ਪਤਾ ਸੀ ਕਿਸਾਨੀ ਅੰਦੋਲਨ ਦਾ, ਸ਼ਹਿਰੀ ਲੋਕਾਂ ਨੂੰ ਨਹੀਂ ਪਤਾ ਸੀ, ਕੁਝ ਗੱਲਾਂ ਜਿਹੜੀਆਂ ਕਿਸਾਨੀ ਅੰਦੋਲਨ ਨੂੰ ਲੈ ਕੇ ਇਹਨਾਂ ਕਾਨੂੰਨਾਂ ਬਾਰੇ ਜਿਹੜੀਆਂ ਉਹ ਨਹੀਂ ਜਾਣਦੇ ਸੀ ਸ਼ਹਿਰੀ ਲੋਕ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਸਪਸ਼ਟ ਰੂਪ ਦੇ ਵਿੱਚ ਉਹ ਸਮਝ ਆ ਗਈਆਂ, ਤਾਂ ਉਹ ਹਿੱਸਾ ਬਣ ਗਏ। ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਬਜ਼ੁਰਗ ਸੀ, ਸ਼ਹਿਰੀ ਜਿਹੜੇ ਸੀਨੀਅਰ ਸਿਟੀਜ਼ਨ ਸੀ, ਉਹ ਚੰਡੀਗੜ੍ਹ ਦੀ ਮਹਾਪੰਚਾਇਤ ਵਿੱਚ ਹਿੱਸਾ ਬਣੇ। ਤਾਂ ਬਹੁਤ ਇਹ ਪੋਜ਼ਿਟਿਵ ਰਿਹਾ ਪਾਕੇ ਕਿ ਜਿਹੜੀਆਂ ਮਹਾਪੰਚਾਇਤਾਂ ਨੇ ਕਿਤੇ ਨਾ ਕਿਤੇ ਸਾਰਥਕ ਨਜ਼ਰ ਆ ਰਹੀਆਂ ਨੇ। ਪਰ ਕਿਸਾਨ ਆਗੂਆਂ ਦੇ ਆਪਣੇ ਵੱਖਰੇ ਮਤ ਨੇ ਕਿ ਉਹ ਇਹਨਾਂ ਮਹਾਪੰਚਾਇਤਾਂ ਨੂੰ ਸਿਆਸੀ ਰੂਪ ਦੇਣਾ ਚਾਹੁੰਦੇ ਨੇ ਜਾਂ ਸਿਰਫ ਇਹ ਲਾਮਬੰਦੀ ਕੀਤੀ ਜਾ ਰਹੀ ਹੈ। ਸੋ ਅੰਤਰਪ੍ਰੀਤ ਜੀ, ਹੁਣ ਇਸ ਵੇਲੇ ਦੀ ਸਥਿਤੀ ਕੀ ਹੈ ਕਿ ਅੱਜ ਤੋਂ ਬਾਅਦ ਵੀ ਮਹਾਪੰਚਾਇਤਾਂ ਹੋਣਗੀਆਂ ਕਿ 32 ਜਥੇਬੰਦੀਆਂ ਅੱਜ ਵੀ ਕਿਸੇ ਇਸ ਗੱਲ ਨੂੰ ਲੈ ਕੇ, ਮਹਾਪੰਚਾਇਤਾਂ ਨੂੰ ਲੈ ਕੇ ਕਿਸੇ ਹੱਦ ਤੱਕ ਪਹੁੰਚੀਆਂ ਨੇ, ਕਿਸੇ ਸਾਂਝੀ ਰਾਏ ਤੱਕ ਪਹੁੰਚੀਆਂ ਨੇ, ਜਾਂ ਹਾਲੇ ਵੀ ਮਤਭੇਦ ਜਾਰੀ ਨੇ? ਕੱਲ ਦੇਖੋ ਜੀ 21 ਤਰੀਕ ਨੂੰ ਕੱਲ ਨੂੰ ਜੇ ਗੱਲ ਕੀਤੀ ਜਾਵੇ ਤਾਂ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਬਰਨਾਲੇ ਦੇ ਵਿੱਚ ਮਹਾਪੰਚਾਇਤ ਕੀਤੀ ਜਾ ਰਹੀ ਹੈ। ਤਾਂ ਉਗਰਾਹਾਂ ਜਿਹੜੇ ਆ ਉਹ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਹੀਂ ਨੇ। ਪੰਜਾਬ ਦੀ 32 ਜਥੇਬੰਦੀਆਂ ਵਿੱਚ ਜ਼ਰੂਰ ਉਹ ਮੌਜੂਦ ਨੇ, ਪਰ ਉਹ ਹਿੱਸਾ ਨਹੀਂ ਨੇ ਸੰਯੁਕਤ ਕਿਸਾਨ ਮੋਰਚੇ ਦਾ। ਜਿਹੜਾ ਮੋਰਚਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਬਣਾਇਆ ਗਿਆ, ਜਿਹਦੇ ਵਿੱਚ ਭਾਰਤ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਮਿਲ ਕੇ ਤੇ ਜਿਹੜੀ ਸਰਕਾਰ ਦੇ ਨਾਲ, ਕੇਂਦਰ ਸਰਕਾਰ ਦੇ ਨਾਲ ਕੋਈ ਗੱਲਬਾਤ ਉਹਨਾਂ ਦੀ ਲਗਾਤਾਰ ਜਾਰੀ ਆ, ਉਹ ਹਿੱਸਾ ਨਹੀਂ ਨੇ ਜੋਗਿੰਦਰ ਸਿੰਘ ਉਗਰਾਹਾਂ। ਤਾਂ ਉਹਨਾਂ ਕਿਹਾ ਕਿ ਬਿਲਕੁਲ ਮੈਂ ਹਿੱਸਾ ਨਹੀਂ ਆ ਤੇ ਮੈਂ ਆਪਣੇ ਤੌਰ ਤੇ ਜਿਹੜਾ ਫੈਸਲੇ ਲੈ ਸਕਦਾ, ਤੇ ਮੈਂ ਜਿਹੜੀ ਆ ਰੈਲੀ ਜਿਹੜੀ ਆ ਉਹ ਕਰਾਂਗਾ। ਪਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਕਿਹਾ ਗਿਆ ਵਾਕਰ ਮਹਾਪੰਚਾਇਤ ਜਿਹੜੀ ਆ ਉਹ ਬਰਨਾਲੇ ਦੇ ਵਿੱਚ ਕਰਨ ਜਾ ਰਹੇ ਨੇ, ਪਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਾਂ ਸਪਸ਼ਟ ਕਿਹਾ ਗਿਆ ਕਿ ਉਹਨਾਂ ਦੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੀ ਜਥੇਬੰਦੀਆਂ ਨੇ, ਉਹਨਾਂ ਦੀ ਜਥੇਬੰਦੀ ਵੱਲੋਂ ਕੋਈ ਮਹਾਪੰਚਾਇਤ ਨਹੀਂ ਕੀਤੀ ਜਾਵੇ। ਤਾਂ ਵੱਡਾ ਸਵਾਲ ਇਹ ਹੈ ਕਿ ਜਦੋਂ ਪ੍ਰੈਸ ਬਿਆਨ ਆਉਂਦਾ ਹੈ ਇੱਕ ਸੰਯੁਕਤ ਕਿਸਾਨ ਮੋਰਚੇ ਦਾ ਕਿ ਮਹਾਪੰਚਾਇਤਾਂ ਰੱਦ ਕੀਤੀਆਂ ਜਾਣਗੀਆਂ, ਮਹਾਪੰਚਾਇਤਾਂ ਨਹੀਂ ਹੋਣਗੀਆਂ, ਤਾਂ ਉਸ ਤੋਂ ਕਹਿੰਦੇ ਨਹੀਂ ਰੁੱਦੂ ਸਿੰਘ ਮਾਨਸਾ ਦੀ ਮਹਾਪੰਚਾਇਤ ਸੀ, ਪਰ ਇੱਕ ਕਾਲ ਦੇ ਚੁੱਕੇ ਸੀ, ਇੱਕ ਜਥੇਬੰਦੀਆਂ ਇਕੱਠ ਕਰ ਚੁੱਕੀਆਂ ਸੀ ਉਹਨਾਂ ਦੀ, ਤਾਂ ਉਹ ਕਿਤੇ ਨਾ ਕਿਤੇ ਉਹ ਇੱਜ਼ਤ, ਉਹ ਸਾਖ ਬਚਾਉਣ ਲਈ ਜਿਹੜੀ ਉਹ ਮਹਾਪੰਚਾਇਤ ਕਰਨੀ ਪਈ। ਪਰ ਅੱਗੇ ਦੇਖੋ ਕਿਸਾਨ ਜਥੇਬੰਦੀਆਂ ਕੀ ਫੈਸਲਾ ਲੈਂਦੀਆਂ। ਮਹਾਪੰਚਾਇਤ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਮੈਂ ਕਰ ਰਿਹਾ, ਸੰਯੁਕਤ ਕਿਸਾਨ ਮੋਰਚਾ ਕੀ ਫੈਸਲਾ ਲੈਂਦਾ ਹੈ ਕਿ ਅੱਗੇ ਮਹਾਪੰਚਾਇਤਾਂ ਇਹ ਹੋਣਗੀਆਂ ਜਾਂ ਨਹੀਂ ਹੋਣਗੀਆਂ, ਜਾਂ ਕੋਈ ਇਹਦਾ ਕੋਈ ਹੋਰ ਬਦਲਾਅ ਜਿਹੜਾ ਉਹਨਾਂ ਵੱਲੋਂ ਕੀਤਾ ਜਾਵੇਗਾ। ਸੋ ਜਿੱਦਾਂ ਕਿ ਮੇਰੇ ਸਹਿਯੋਗੀ ਨੇ ਦੱਸਿਆ ਕਿ ਫਿਲਹਾਲ ਤਾਂ ਹਲੇ ਤਾਂ ਮਤਭੇਦ ਕਿਸਾਨ ਆਗੂਆਂ ਦੇ ਵਿੱਚ ਮਹਾਪੰਚਾਇਤਾਂ ਨੂੰ ਲੈ ਕੇ ਬਣੇ ਹੋਏ ਨੇ। ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਪਤਾ ਲੱਗ ਸਕਦਾ ਹੈ ਕਿ ਕਿਸੇ ਹਾਲਤ, ਕਿਸੇ ਸਾਂਝੀ ਰਾਏ ਤੇ ਸੰਯੁਕਤ ਕਿਸਾਨ ਮੋਰਚਾ ਜਾਂ ਸਾਰੇ ਕਿਸਾਨ ਜਥੇਬੰਦੀਆਂ ਪਹੁੰਚਦੀਆਂ ਨੇ ਕਿ ਨਹੀਂ। ਸੋ ਇੱਕ ਆਖਰੀ ਸਵਾਲ ਹੈ ਅੰਤਰਪ੍ਰੀਤ ਹੋਣੀ, ਇਹ ਤੁਹਾਨੂੰ ਸਵਾਲ ਕਰਨ ਜਾ ਰਿਹਾ ਮੈਂ ਰੁੱਦੂ ਸਿੰਘ ਮਾਨਸਾ ਜੀ ਦੇ ਨਾਲ ਜੁੜਿਆ ਹੋਇਆ ਸਵਾਲ, ਕਿਉਂਕਿ ਆਪਾਂ ਉਹਨਾਂ ਦੀ ਪਹਿਲਾਂ ਵੀ ਗੱਲ ਕੀਤੀ, ਜਿਹੜੀਆਂ ਤਸਵੀਰਾਂ ਤਾਜ਼ਾ ਦਿੱਲੀ ਪੁਲਿਸ ਵੱਲੋਂ ਜਾਰੀ ਕੀਤੀਆਂ ਗਈਆਂ ਨੇ, ਜੋ ਕਿ ਸ਼ਖਸ ਲਾਲ ਕਿਲੇ ਦੇ ਨਾਲ ਜਿਹੜੀ ਹਿੰਸਾ ਦੇ ਵਿੱਚ ਜੁੜੇ ਹੋਏ ਨੇ, ਉਹਨਾਂ ਦੇ ਵਿੱਚ ਰੁੱਦੂ ਸਿੰਘ ਮਾਨਸਾ ਉਹਨਾਂ ਦੀ ਵੀ ਤਸਵੀਰ ਹੈ। ਕੀ ਹੁਣ ਲੱਗਦਾ ਹੈ ਕਿ ਉਹਨਾਂ ਦੀ ਕਿਸੇ ਤਰੀਕੇ ਗ੍ਰਿਫਤਾਰੀ ਹੋ ਸਕਦੀ ਹੈ? ਕੀ ਮੁਹਿੰਮ ਅੱਗੇ ਚਲਾਈ ਜਾ ਸਕਦੀ ਹੈ? ਇੰਦਰਜੀਤ ਨਿੱਕੂ ਹੋਣਾ ਦਾ ਵੀ ਵਿੱਚ ਨਾਮ ਹੈ ਕਿ ਇਹੋ ਜਿਹੀਆਂ ਲੋਕਪ੍ਰਿਯ ਸ਼ਖਸੀਅਤਾਂ ਨੂੰ ਵੀ ਦਿੱਲੀ ਪੁਲਿਸ ਅਰੈਸਟ ਕਰ ਸਕਦੀ ਹੈ? ਦੇਖੋ ਕਰਨ ਜੀ, ਇਹ ਤਾਂ ਹੁੰਦਾ ਹੈ ਜਦੋਂ ਇੱਕ ਸੰਘਰਸ਼ ਚੱਲ ਰਿਹਾ ਹੋਵੇ, ਇੱਕ ਐਜੀਟੇਸ਼ਨ ਜਿਹੜਾ ਚੱਲ ਰਿਹਾ ਹੋਵੇ ਵੱਡੇ ਪੱਧਰ ਤੇ ਹੋਵੇ, ਜਿਹਨੂੰ ਅੰਤਰਰਾਸ਼ਟਰੀ ਜਿਹੜੀ ਸਮਰਥਨ ਵੀ ਮਿਲ ਰਿਹਾ ਹੋਵੇ, ਤਾਂ ਕਿਤੇ ਨਾ ਕਿਤੇ ਸਰਕਾਰ ਤੇ ਦਬਾਅ ਹੁੰਦਾ, ਤਾਂ ਸਰਕਾਰ ਫਿਰ ਇਹ ਦਬਾਅ ਤਾਂ ਇਹ ਉਹਨਾਂ ਲੋਕਾਂ ਤੇ ਪਾਉਂਦੀ ਹੁੰਦੀ ਆ ਜਿਹੜੇ ਲੋਕ ਸੰਘਰਸ਼ ਕਰ ਰਹੇ ਨੇ, ਜਿਹੜੇ ਲੋਕ ਅੰਦੋਲਨ ਕਰ ਰਹੇ ਨੇ। ਰੁੱਦੂ ਸਿੰਘ ਮਾਨਸਾ ਤੁਸੀਂ ਗੱਲ ਕੀਤੀ, ਗ੍ਰਿਫਤਾਰੀ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ। ਰੁੱਦੂ ਸਿੰਘ ਮਾਨਸਾ ਨੇ ਸਪਸ਼ਟ ਕਹਿ ਦਿੱਤਾ ਕਿ ਬਿਲਕੁਲ ਪੁਲਿਸ ਆਵੇ, ਜੇ ਉਹ ਗ੍ਰਿਫਤਾਰ ਕਰਨਾ ਚਾਹੁੰਦੀ ਆ ਤਾਂ ਉਹ ਹੋ ਸਕਦਾ ਵਿਰੋਧ ਵੀ ਕੀਤਾ ਜਾਵੇ, ਪਰ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੋਵੇਗੀ, ਗ੍ਰਿਫਤਾਰੀ ਨਹੀਂ ਹੋਵੇਗੀ। ਹਾਲਾਂਕਿ ਤਸਵੀਰ ਜਿਹੜੀ ਜਾਰੀ ਕੀਤੀ ਹੈ ਉਹਨਾਂ ਦੀ, ਉਹ ਕਹਿੰਦਾ ਮੈਂ ਪੇਸ਼ ਨਹੀਂ ਹੋਵਾਂਗਾ। ਤਸਵੀਰ ਜਿਹੜੀ ਉਹਨਾਂ ਦੀ ਜਾਰੀ ਕੀਤੀ ਗਈ ਆ ਉਹ ਤੁਸੀਂ ਦੇਖੀ ਹੋਵੇਗੀ, ਤਸਵੀਰ ਉਹ ਗੱਡੀ ਦੀ ਤਸਵੀਰ ਹੈ, ਗੱਡੀ ਦੇ ਵਿੱਚ ਬੈਠੇ ਹੋਏ ਨੇ ਰੁੱਦੂ ਸਿੰਘ ਮਾਨਸਾ। ਤਾਂ ਰੁੱਦੂ ਸਿੰਘ ਮਾਨਸਾ ਦੀ ਤਸਵੀਰ ਜਾਰੀ ਹੋਣਾ ਲਾਲ ਕਿਲੇ ਦੇ ਵਿੱਚ ਜਾਰੀ ਨਹੀਂ ਸੀ, ਉਹਨਾਂ ਨਾਲ ਗੱਲਬਾਤ ਹੋਈ ਸੀ। ਰੁੱਦੂ ਸਿੰਘ ਮਾਨਸਾ ਨੇ ਕਿਹਾ ਕਿ ਮੇਰਾ ਲਾਲ ਕਿਲੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਔਰ ਨਾ ਹੀ ਮੈਂ ਲਾਲ ਕਿਲੇ ਗਿਆ। ਅਗਰ ਇਹੋ ਜਿਹੀ ਤਸਵੀਰ ਕੋਈ ਜਾਰੀ ਹੁੰਦੀ ਹੈ ਤਾਂ ਸਪਸ਼ਟੀਕਰਨ ਰੁੱਦੂ ਸਿੰਘ ਮਾਨਸਾ ਵੱਲੋਂ ਜਿਹੜਾ ਦਿੱਲੀ ਪੁਲਿਸ ਨੂੰ ਉਹ ਦਿੱਤਾ ਵੀ ਜਾਵੇਗਾ ਕਿ ਮੈਂ ਤਾਂ ਲਾਲ ਕਿਲੇ ਗਿਆ ਨਹੀਂ। ਅਗਰ ਜਿਹੜਾ ਸ਼ਖਸ ਲਾਲ ਕਿਲੇ ਗਿਆ ਨਹੀਂ, ਜਿਹੜਾ ਸ਼ਖਸ ਹਿੰਸਾ ਵਿੱਚ ਸ਼ਾਮਲ ਨਹੀਂ ਹੋਵੇਗਾ, ਤਾਂ ਉਸ ਤੇ ਕਾਰਵਾਈ ਤਾਂ ਕੋਈ ਨਹੀਂ ਹੋਵੇਗੀ। ਅਗਰ ਜੇਕਰ ਪੁਲਿਸ ਗ੍ਰਿਫਤਾਰ ਕਰਨ ਆਉਂਦੀ ਹੈ ਤਾਂ ਤੁਸੀਂ
ਗੁਰਨਾਮ ਸਿੰਘ ਚਰੂਣੀ ਦਾ ਬਿਆਨ ਵੀ ਸੁਣਿਆ ਹੋਵੇਗਾ। ਉਹਨਾਂ ਕਿਹਾ ਕਿ ਜੇਕਰ ਪਿੰਡਾਂ ਦੇ ਵਿੱਚ ਜਾ ਕੇ ਤੁਹਾਨੂੰ ਕੋਈ ਪੁਲਿਸ ਗ੍ਰਿਫਤਾਰ ਕਰਨੀ ਆਉਂਦੀ ਹੈ ਉਹਦਾ ਵਿਰੋਧ ਕਰੋ, ਪਰ ਉਹਦਾ ਨਾਲ ਕੋਈ ਹਿੰਸਾ ਨਹੀਂ ਕਰਨੀ, ਉਹਨਾਂ ਨੂੰ ਖਵਾਓ ਪਿਆਓ, ਤਾਂ ਉਸ ਤੋਂ ਬਾਅਦ ਜਿਹੜਾ ਉਹ ਆਪਣੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ ਕਿ ਜਿੰਨੀ ਦੇਰ ਤੱਕ ਇਹ ਤੁਸੀਂ ਆਉਂਦੇ ਨਹੀਂ ਸੀ ਇਹਨਾਂ ਨੂੰ ਜਾਣ ਦੇਵਾਂਗੇ ਤੇ ਅੱਗੇ ਤੋਂ ਇਹ ਸਾਡੇ ਇੱਥੇ ਨਾ ਆਉਣ, ਕਿਸੇ ਨੂੰ ਗ੍ਰਿਫਤਾਰ ਕਰਨ। ਤਾਂ ਕਿਤੇ ਨਾ ਕਿਤੇ ਇਹ ਰੂਪੂ ਸਿੰਘ ਮਾਨਸਾ ਤੇ ਵੀ ਇਹ ਜ਼ਰੂਰ ਢੁੱਕ ਜਾਵੇਗਾ ਕਿ ਗ੍ਰਿਫਤਾਰ ਤਾਂ ਨਹੀਂ ਕਰ ਰਹੇ ਕਿਉਂਕਿ ਪਹਿਲਾਂ ਵੀ ਉਹਨਾਂ ਦੇ ਉੱਤੇ ਐਫਆਈਆਰ ਦਰਜ ਆ, ਹੋਰ ਕਿਸਾਨਾਂ ਦੇ ਉੱਤੇ ਵੀ ਐਫਆਈਆਰ ਦਰਜ ਆ, ਪਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਿਸਾਨਾਂ ਨੂੰ ਕੀਤਾ ਜਾ ਰਿਹਾ। ਜੇਕਰ ਕਿਸਾਨਾਂ ਨੂੰ ਗ੍ਰਿਫਤਾਰ ਕਰਦੇ ਨੇ ਤਾਂ ਉਹ ਹੋ ਸਕਦਾ ਕਿ ਕੋਈ ਵੱਡਾ ਜਿਹੜਾ ਵਾ ਉਹ ਟਕਰਾਅ ਕਹਿ ਦਈਏ, ਇੱਕ ਟਕਰਾਅ ਹੋ ਸਕਦਾ ਵਾ ਕਿ ਜਥੇਬੰਦੀਆਂ ਭੜਕ ਸਕਦੀਆਂ, ਨੌਜਵਾਨ ਭੜਕ ਸਕਦੇ ਨੇ, ਵਿਰੋਧ ਹੋ ਸਕਦਾ। ਟਕਰਾਅ ਵੀ ਜੇ ਕਹਿ ਦਈਏ, ਮਾਫ ਕਰਨਾ, ਵਿਰੋਧ ਜਿਹੜਾ ਵੱਡਾ ਹੋ ਸਕਦਾ। ਪਰ ਜੋਗਿੰਦਰ ਸਿੰਘ ਗੁਰਾਹਾਂ ਦੀ ਗੱਲ ਕੀਤੀ ਜਾਵੇ, ਜੋਗਿੰਦਰ ਸਿੰਘ ਗੁਰਾਹਾਂ ਨੇ ਕਹਿਤਾ ਕਿ ਜੇਕਰ ਸਾਡੀ ਗ੍ਰਿਫਤਾਰੀ ਹੁੰਦੀ ਆ ਤਾਂ ਅਸੀਂ ਆਪਣੇ ਪਿੱਛੇ ਆਪਣੇ ਲੀਡਰ ਛੱਡ ਕੇ ਚੱਲੇ ਨੇ, ਉਹ ਜਿਹੜੇ ਆ ਇਸ ਸੰਘਰਸ਼ ਦੀ ਅਗਵਾਈ ਕਰਨਗੇ। ਇੰਦਰਜੀਤ ਨਿੱਕੂ ਤੇ ਰੂਪੂ ਸਿੰਘ ਮਾਨਸਾ ਦੀ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਪੱਟੀ ਤੋਂ ਇੱਕ ਆਗੂ ਨੇ ਲਾਲਜੀਤ ਸਿੰਘ ਭੁੱਲਰ, ਉਹਨਾਂ ਦੀ ਵੀ ਤਸਵੀਰ ਦਿੱਲੀ ਪੁਲਿਸ ਵੱਲੋਂ ਲਾਲ ਕਿਲੇ ਤੇ ਹੋਈ ਹਿੰਸਾ ਦੇ ਨਾਲ ਜੋੜ ਕੇ ਜਾਰੀ ਕੀਤੀ ਗਈ ਹੈ। ਕਿ ਉਹਨਾਂ ਵੱਲੋਂ ਵੀ ਕੋਈ ਪ੍ਰਤੀਕਿਰਿਆ ਆਈ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਮੈਂਬਰ ਦੇ ਤੌਰ ਤੇ, ਇੱਕ ਸਿਆਸਤਦਾਨ ਦੇ ਤੌਰ ਤੇ ਗਏ ਸੀ ਜਾਂ ਇੱਕ ਨਿੱਜੀ ਤੌਰ ਤੇ, ਇੱਕ ਕਿਸਾਨ ਦੇ ਤੌਰ ਤੇ ਉੱਥੇ ਆਪਣੇ ਸਨ? ਵੇਖੋ, ਮੇਰੀ ਲਾਲਜੀਤ ਸਿੰਘ ਭੁੱਲਰ ਨਾਲ ਗੱਲਬਾਤ ਹੁੰਦੀ ਆ ਜੇ ਜਦੋਂ ਦੀਪ ਸਿੱਧੂ ਨਾਲ ਵਾਲੀ ਤਸਵੀਰ ਆਉਂਦੀ ਆ, ਦੀਪ ਸਿੱਧੂ ਦੇ ਲਾਈਵ ਦੇ ਵਿੱਚ ਜਿਹੜਾ ਦੀਪ ਸਿੱਧੂ ਨੂੰ ਲਾਈਵ ਕੀਤਾ ਗਿਆ ਜਦੋਂ ਕੇਸਰੀ ਨਿਸ਼ਾਨ ਉੱਥੇ ਹੱਥਾਂ ਦੇ ਵਿੱਚ ਫੜੇ ਹੋਏ ਸੀ ਉਹਨਾਂ ਨੇ, ਤਾਂ ਉਹ ਲਾਲਜੀਤ ਸਿੰਘ ਭੁੱਲਰ ਦੀ ਤਸਵੀਰ ਵੀ ਆਉਂਦੀ ਆ। ਲਾਲਜੀਤ ਸਿੰਘ ਭੁੱਲਰ ਪੱਟੀ ਤੋਂ ਆਮ ਆਦਮੀ ਪਾਰਟੀ ਦੇ ਉਹ ਹੈਗੇ ਨੇ ਸਰਗਰਮ ਆਗੂ ਕਹਿ ਰਿਹਾ ਜਾਵੇ ਨਾ, ਤਾਂ ਹੁਣ ਜਿਹੜੀਆਂ ਕਾਰਪੋਰੇਸ਼ਨ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਉਹਨਾਂ ਵਿੱਚ ਲਾਲਜੀਤ ਸਿੰਘ ਭੁੱਲਰ ਕਾਫੀ ਵਿਵਾਦਾਂ ਦੇ ਵਿੱਚ ਰਹੇ ਨੇ। ਉਹਨਾਂ ਦੀ ਪੁਲਿਸ ਵੱਲੋਂ ਮਾਰਕਟਾਈ ਵੀ ਕੀਤੀ ਗਈ ਚੋਣਾਂ ਦੇ ਵਿੱਚ। ਚਲੋ ਉਹ ਇੱਕ ਵੱਖਰਾ ਹੈਗਾ, ਇੱਕ ਸਿਆਸਤ ਆ, ਉਹ ਸਿਆਸਤ ਦੇ ਵਿੱਚ ਜਦੋਂ ਚੋਣਾਂ ਦੇ ਵਿੱਚ ਇਹ ਸਭ ਕੁਝ ਹਿੰਸਾ ਹੁੰਦੀ ਆ, ਲਗਾਤਾਰ ਅਸੀਂ ਦੇਖਦੇ ਰਹੇ ਕਿ ਇਹੋ ਜਿਹੀ ਹਿੰਸਾ ਹਰ ਚੋਣਾਂ ਦੇ ਵਿੱਚ ਹੁੰਦੀ ਆ। ਪਰ ਲਾਲਜੀਤ ਭੁੱਲਰ ਨੇ ਕਿਹਾ ਸੀ ਕਿ ਜਦੋਂ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੋਈ, ਉਹਨਾਂ ਕਿਹਾ ਸੀ ਕਿ ਉੱਥੇ ਤਾਂ ਹਰ ਕੋਈ ਗਿਆ ਸੀ, ਲਾਲ ਕਿਲੇ ਦੇ ਉੱਤੇ ਹਰ ਕੋਈ ਗਿਆ ਸੀ, ਮੈਂ ਕੋਈ ਗਿਆ ਤਾਂ ਮੇਰੇ ਕੋਈ ਵੱਖਰਾ ਤਾਂ ਨਹੀਂ। ਪਰ ਇੱਕ ਤਸਵੀਰ ਉਹਨਾਂ ਦੀ ਦੀਪ ਸਿੱਧੂ ਨਾਲ ਜਾਰੀ ਹੋ ਗਈ ਆ। ਦਿੱਲੀ ਪੁਲਿਸ ਜਿਹੜਾ ਕੀ ਐਕਸ਼ਨ ਲੈਂਦੀ ਆ, ਤਾਂ ਲਾਲਜੀਤ ਸਿੰਘ ਭੁੱਲਰ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਕਿ ਤੁਹਾਨੂੰ ਕੋਈ ਨੋਟਿਸ ਆਇਆ। ਫਿਲਹਾਲ ਇਹੋ ਜਿਹੀ ਕੋਈ ਗੱਲਬਾਤ ਨਹੀਂ ਮੇਰੀ ਹੋਈ ਉਹਨਾਂ ਨਾਲ, ਪਰ ਨੋਟਿਸ ਜੇਕਰ ਕੋਈ ਆਇਆ ਹੋਵੇਗਾ ਤਾਂ ਜ਼ਰੂਰ ਉਹਦਾ ਵੀ ਪਤਾ ਲੱਗ ਜਾਵੇਗਾ ਕਿ ਨੋਟਿਸ ਆਇਆ। ਹਾਲੇ ਤਾਂ ਤਸਵੀਰਾਂ ਜਾਰੀ ਹੋਈਆਂ ਨੇ, ਅਗਲਾ ਕਦਮ ਦਿੱਲੀ ਪੁਲਿਸ ਕੀ ਲੈਂਦੀ ਆ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ। ਸੋ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਕਮੈਂਟਾਂ ਦੇ ਵਿੱਚ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਚਾਹੇ ਗੱਲ ਹੋਵੇ ਮਹਾ ਪੰਚਾਇਤਾਂ ਦੀ ਕਿ ਮਹਾ ਪੰਚਾਇਤਾਂ ਕੀ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਮਹਾ ਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਕਿਸਾਨ ਆਗੂਆਂ ਵੱਲੋਂ, ਜਾਂ ਫਿਰ ਇਸ ਅੰਦੋਲਨ ਦਾ ਹੁਣ ਸਿਆਸਤੀਕਰਨ ਹੋ ਚੁੱਕਿਆ ਹੈ, ਅੰਦੋਲਨ ਪਿੱਛੇ ਰਹਿ ਗਿਆ ਤੇ ਕਿਸਾਨ ਆਗੂ ਆਪਣੀ ਸਿਆਸਤੀ ਜ਼ਮੀਨ ਲੱਭਣ ਵਾਸਤੇ ਇਹ ਮਹਾ ਪੰਚਾਇਤਾਂ ਕਰਵਾ ਰਹੇ ਨੇ। ਸੋ ਇਹ ਬੜੇ ਸਾਰੇ ਸਵਾਲ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਕਮੈਂਟਾਂ ਦੇ ਵਿੱਚ ਤੁਸੀਂ ਵਿਚਾਰ ਪਾ ਸਕਦੇ ਹੋ ਸਾਨੂੰ। ਬਾਕੀ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਤੁਹਾਡੇ ਤੱਕ ਲੈ ਕੇ ਅਸੀਂ ਇਸੇ ਤਰ੍ਹਾਂ ਪਹੁੰਚਦੇ ਰਵਾਂਗੇ। ਦੇਖਦੇ ਰਹੋ ਲਿਬਰਲ ਟੀਵੀ ਪੰਜਾਬੀ, ਲੋਕਾਂ ਦੀ ਆਵਾਜ਼ ਲੋਕਾਂ ਲਈ।